ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਵਿੱਚ ਕੋਰੋਨਾ ਸਥਿਤੀ ਬਾਰੇ ਲਿਆ ਜਾਇਜ਼ਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲੱਗਾ ਲਾਕਡਾਊਨ। ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ ਤੇ ਕਾਂਗਰਸ ਦੇ 2 ਕਾਉਂਸਲਰ ਹਿਰਾਸਤ ਵਿੱਚ ਲੱਗਾ ਜੁਰਮਾਨਾ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦਾ ਕੇਂਦਰ ਨੂੰ ਸਵਾਲ, ਵੈਕਸੀਨ ਨੂੰ ਲੈ ਕੇ ਪੰਜਾਬ ਵਿੱਚ ਵਿਤਕਰਾ ਕਿਉਂ ਕਰ ਰਹੀ ਹੈ ਕੇਂਦਰ ਸਰਕਾਰ। ਕੋਰੋਨਾ ਕਾਲ ਵਿੱਚ ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਅਤੇ ਸੰਸਦ ਭਵਨ ਦੀ ਉਸਾਰੀ ਤੇ ਕਾਂਗਰਸ ਨੇ ਚੁੱਕੇ ਸਵਾਲ, ਕਿਹਾ ਦੇਸ਼ ਦੇ ਲੋਕਾਂ ਦੀ ਜਾਨ ਬਚਾਉਣ ਤੇ ਪੈਸਾ ਲਗਾਵੇ ਸਰਕਾਰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਨਿਊਜ਼ ਰੂਮ ਤੋਂ ਮੈਂ ਰਜਿੰਦਰ ਕੌਰ। ਕੋਰੋਨਾ ਦੀ ਸਥਿਤੀ ਨੂੰ ਜਾਣਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੀਟਿੰਗ ਕੀਤੀ। ਵਰਚੁਅਲ ਕੈਬਨਿਟ ਦੀ ਬੈਠਕ ਦੇ ਵਿੱਚ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਇਹ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਜ਼ਿਆਦਾ ਵਿਗੜਨ ਦੇ ਆਸਾਰ ਨੇ। ਇਸ ਮੀਟਿੰਗ ਵਿੱਚ ਆਕਸੀਜਨ ਅਤੇ ਵੈਕਸੀਨ ਦੀ ਕਮੀ ਵਾਲੇ ਸਭ ਮੁੱਦਿਆਂ ਉੱਪਰ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਹਫ਼ਤੇ ਦਾ ਲਾਕਡਾਊਨ ਲੱਗਣ ਜਾ ਰਿਹਾ ਹੈ, ਜੋ ਕਿ 7 ਮਈ ਤੋਂ ਸ਼ੁਰੂ ਹੋ ਕੇ 16 ਮਈ ਤੱਕ ਜਾਰੀ ਰਹੇਗਾ। ਅੱਜ ਮੁੱਖ ਮੰਤਰੀ ਨਾਲ ਹੋਈ ਕੈਬਨਿਟ ਮੀਟਿੰਗ ਦੌਰਾਨ ਕੋਰੋਨਾ ਦੀ ਸਥਿਤੀ ਦੇ ਬਾਰੇ ਜਾਇਜ਼ਾ ਲਿਆ ਗਿਆ, ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਜਤਾਈ ਗਈ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਵਰਚੁਅਲ ਕੈਬਨਿਟ ਦੀ ਬੈਠਕ ਦੇ ਵਿੱਚ ਇੱਕ ਨਵੀਂ ਪ੍ਰਵਾਨਗੀ ਦਿੱਤੀ ਗਈ, ਜੋ ਆਕਸੀਜਨ ਉਤਪਾਦਕ ਇਕਾਈਆਂ ਦੇ ਲਈ ਲਾਗੂ ਹੋਵੇਗੀ, ਜਿਸ ਨਾਲ ਘੱਟੋ-ਘੱਟ 700 ਸਿਲੰਡਰ ਪ੍ਰਤੀ ਦਿਨ 5 MT ਸਮਰੱਥਾ ਵਾਲੇ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਰਾਜ ਦੇ ਸਰਕਾਰੀ ਹਸਪਤਾਲ ਟੀਕਾ ਖੁਰਾਕ ਨਾ ਮਿਲਣ ਕਾਰਨ 18 ਤੋਂ 44 ਸਾਲ ਦੀ ਉਮਰ ਦੇ ਸਮੂਹ ਵਿੱਚ ਲੋਕਾਂ ਨੂੰ ਟੀਕਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਅਸਫਲ ਰਹਿਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਸਪਲਾਈ ਦੇ ਸਾਰੇ ਵਿਕਲਪਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਰਾਜ ਸਰਕਾਰ ਨੇ 26 ਅਪ੍ਰੈਲ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਲਗਭਗ 30 ਲੱਖ ਖੁਰਾਕਾਂ ਦੀ ਖਰੀਦ ਲਈ 10.37 ਕਰੋੜ ਰੁਪਏ ਦੀ ਅਦਾਇਗੀ ਕੀਤੀ ਸੀ, ਪਰ ਉਹਨਾਂ ਤੋਂ ਸਪਲਾਈ ਦਾ ਕੋਈ ਸਮਾਂ ਸਾਰਣੀ ਪ੍ਰਾਪਤ ਨਹੀਂ ਹੋਇਆ। ਇਸ ਦੇ ਨਾਲ ਹੀ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਸੰਪੂਰਨ ਲਾਕਡਾਊਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਕਰਫਿਊ 7 ਮਈ ਤੋਂ 16 ਮਈ 2021 ਤੱਕ ਲਗਾਇਆ ਜਾਵੇਗਾ। ਇਸ ਦੌਰਾਨ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਬੰਦ ਰਹਿਣਗੇ। ਸਿਹਤ, ਬਿਜਲੀ, ਮੀਡੀਆ, ਪਾਣੀ ਦੀ ਸਪਲਾਈ ਤੇ ਸਫਾਈ ਵਰਗੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਕੈਬਨਿਟ ਨੇ ਫੈਸਲਾ ਲਿਆ ਹੈ ਕਿ ਸਿਵਲ ਕੰਮ ਦੇ ਸਥਾਨ, ਬਾਗਬਾਨੀ, ਫਾਰਮਿੰਗ ਅਤੇ ਹੋਰ ਪ੍ਰੋਜੈਕਟ ਥਾਵਾਂ ਤੇ ਕੰਮ ਜਾਰੀ ਰਹੇਗਾ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਅਗਲੇ ਆਦੇਸ਼ ਤੱਕ ਮੁਲਤਵੀ ਕਰ ਦਿੱਤੀਆਂ ਨੇ। ਪੰਜਾਬ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਖਤੀਆਂ ਕੀਤੀਆਂ ਗਈਆਂ ਨੇ, ਪਰ ਇਸ ਦੇ ਬਾਅਦ ਵੀ ਕੁਝ ਲੋਕਾਂ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ। ਮਿੰਨੀ ਲਾਕਡਾਊਨ ਦੇ ਚੱਲਦੇ ਵੀ ਕਾਂਗਰਸ ਪਾਰਟੀ ਦੇ 2 ਕਾਉਂਸਲਰਾਂ ਨੇ ਰੂਪਨਗਰ ਦੇ ਫੁੱਲ ਚੱਕਰ ਚੌਕ ਵਿੱਚ ਲੋਕਾਂ ਦਾ ਵੱਡਾ ਇਕੱਠ ਕੀਤਾ, ਜਿਸ ਦੇ ਚੱਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹਨਾਂ ਕਾਉਂਸਲਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਅਤੇ 3 ਘੰਟੇ ਲਈ ਓਪਨ ਜੇਲ੍ਹ ਵਿੱਚ ਭੇਜਿਆ। ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਤੇ ਇਹਨਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਰੂਪਨਗਰ ਪੁਲਿਸ ਵੱਲੋਂ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ 2 ਕਾਉਂਸਲਰਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਦੋਵੇਂ ਕਾਉਂਸਲਰਾਂ ਨੂੰ ਕਰੀਬ 3 ਘੰਟਿਆਂ ਦੇ ਲਈ ਓਪਨ ਜੇਲ੍ਹ ਦੇ ਵਿੱਚ ਰੱਖਿਆ ਗਿਆ। ਇਹ ਦੋਵੇਂ ਕਾਉਂਸਲਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ। ਇਸ ਮੌਕੇ ਸਿਟੀ ਥਾਣਾ ਦੇ SHO ਨੇ ਦੱਸਿਆ ਕਿ ਦੋਨਾਂ ਕਾਉਂਸਲਰਾਂ ਵੱਲੋਂ ਸ਼ਹਿਰ ਦੇ ਫੁੱਲ ਚੌਂਕ ਤੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਤੇ ਕੋਵਿਡ ਨਿਯਮਾਂ ਦਾ ਉਲੰਘਣ ਕਰਨ ਦੇ ਲਈ ਇਹਨਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ। ਹੋਇਆ ਤਾਂ ਮੈਨੂੰ ਪਤਾ ਲੱਗਿਆ ਤੇ ਮੈਂ ਉੱਥੇ ਮੌਕੇ ਤੇ ਪਹੁੰਚਿਆ ਤੇ ਕਿਹੜੀ ਪਬਲਿਕ ਸੀ ਉੱਥੇ ਤੋਂ ਸਾਰੀ ਭੱਜ ਚੁੱਕੀ ਸੀ। ਮੈਨੂੰ ਦੇਖਦੀ ਸਾਰੇ ਉਤਰਨੇ ਸਾਰੇ ਕਿਹੜੇ ਦੁਕਾਨਦਾਰ ਭੱਜ ਗਏ ਸੀ ਤੇ ਉੱਥੇ ਇੱਕ ਰਾਜੂ ਸਤਿਆਲ ਸੀ ਤੇ ਇੱਕ ਜੱਗੀ ਸੀ ਤੇ ਇੱਕ ਪੰਮੀ ਸੋਨੀ ਸੀ। ਇਹਨਾਂ ਨੂੰ ਮੈਂ ਆਪਣਾ ਇੱਥੇ ਥਾਣੇ ਲਿਆਇਆ। ਥਾਣੇ ਲਿਆ ਕੇ ਇਹਨਾਂ ਨੂੰ ਮੈਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਕਿਹੜੀ ਪਬਲਿਕ ਉਹ ਆਪਣੇ ਆਪ ਕੋਈ ਲਾਈਵ ਹੋ ਰਿਹਾ ਸੀ, ਸਾਡਾ ਕੋਈ ਤੁਹਾਡੇ ਟੀਵੀ ਜਿਹੜੀ ਕੋਈ ਲਾਈਵ ਹੋ ਰਿਹਾ ਸੀ ਤੇ ਇਸ ਕਰਕੇ ਉਹ ਇਕੱਠੇ ਹੋ ਗਏ ਤੇ ਅਸੀਂ ਕੋਈ ਇਕੱਠ ਨਹੀਂ ਕੀਤਾ ਹੈਗਾ। ਇਹਨਾਂ ਨੂੰ ਕਿਹੜੇ ਉੱਥੇ ਬੰਦੇ ਹੈ ਇਹ ਮੈਂ ਲੈ ਕੇ ਓਪਨ ਜੇਲ੍ਹ ਦੇ ਛੱਡਣ ਲੱਗਾ ਇਹਨਾਂ ਨੂੰ। ਤੇ ਬਾਕੀ ਕਿਹੜਾ ਰਾਜੂ ਸਤਿਆਲ ਦਾ ਉਹਦਾ ਇੱਕ ਪਰਚਾ ਹੋਇਆ ਵਾ, ਉਹਦੀ ਮੈਂ ਅਰੈਸਟ ਪਾ ਲਿਆ। ਕਿਹੜਾ ਪਰਚਾ ਜੀ, ਕੀ ਮਾਮਲਾ? ਇਹਦੇ ਪਰ ਪਹਿਲਾਂ ਇੱਕ ਇਲੈਕਸ਼ਨ ਹੋਇਆ ਸੀ ਮਿਊਨਿਸਪਲ ਕਾਰਪੋਰੇਸ਼ਨ ਦਾ ਜੀ, ਤੇ ਉਹਦੇ ਵਿੱਚ ਕਮੇਟੀ ਦਾ ਇਲੈਕਸ਼ਨ ਹੋਇਆ ਸੀ। ਉਹਦੇ ਵਿੱਚ ਇਹਨੂੰ ਕੋਵਿਡ ਸੀ ਤੇ ਇਹਦਾ ਕਿਹੜੀ ਵਾਈਬ੍ਰੇਸ਼ਨ ਸੀ, ਉਹ ਮੈਡਮ ਯਾਦਵ ਦੇ ਕਹਿਣ 'ਤੇ ਅਸੀਂ FIR ਦਰਜ ਕੀਤੀ ਸੀ। ਕੋਈ ਚਲਾਨ ਵਗੈਰਾ ਵੀ ਕੀਤਾ ਇਹਨਾਂ ਦਾ ਜਾਂ ਕੋਈ ਮਾਮਲਾ ਦਰਜ? ਹਾਂ ਨਹੀਂ, ਅੱਜ ਅਸੀਂ ਇਹਨਾਂ ਦੇ ਚਲਾਨ ਕਰ ਰਹੇ ਹਾਂ ਤੇ 1000 ਰੁਪਏ ਦੇ ਚਲਾਨ ਕਰ ਰਹੇ ਹਾਂ ਤੇ ਉਹਦੇ ਬਾਅਦ ਉਹਨੂੰ ਓਪਨ ਜੇਲ੍ਹ ਦੇ ਵਿੱਚ ਲੈ ਕੇ ਜਾ ਰਹੇ ਹਾਂ ਤੇ ਉੱਥੇ ਇਹਨਾਂ ਨੂੰ ਡੇਢ ਘੰਟਾ ਬਿਠਾਲਾਂਗੇ ਤੇ ਉਹਦੇ ਬਾਅਦ ਮਹਿਸੂਸ ਕਰਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਰਿਹਾ ਕਰਾਂਗੇ। ਸਤਿਆਲ ਤੇ ਦੋਸ਼ ਕੀ ਸੀਗਾ, ਕੀ ਕੀਤਾ ਸੀ ਕਮੇਟੀ ਦੀ ਮੀਟਿੰਗ ਦੌਰਾਨ? ਦੋਸ਼ ਕੀ ਸੀ? ਉਹਦਾ ਕੋਈ ਇਲੈਕਸ਼ਨ ਹੋਣਾ ਸੀ ਤੇ ਆਪਣੇ ਪੋਜ਼ਿਟਿਵ ਆਏ ਸੀ ਕਰੋਨਾ ਦੇ ਤੇ ਆਪਣੇ ਘਰ ਤੋਂ ਚੱਲ ਕੇ ਗੱਡੀ ਵਿੱਚ ਆਏ ਸੀ ਉੱਥੇ, ਤਾਂ ਉਹਨਾਂ ਲਿਖ ਕੇ ਭੇਜਿਆ ਸੀ ਕਿਹੜੀ ਇਹਨਾਂ ਦੀ ਜਿਹੜੀ ਮੋਬਾਈਲ ਦੀ ਜਿਹੜੀ ਵਾਈਬ੍ਰੇਸ਼ਨ ਹੈ ਉਹ ਚੇਂਜ ਹੋਈ ਹੈ, ਇਸ ਕਰਕੇ ਉਹ ਸਾਨੂੰ ਉਹਨਾਂ ਲਿਖ ਕੇ ਭੇਜਿਆ ਸੀ FIR ਦਰਜ ਕਰ। ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸਿਹਤ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਨਾਲ ਕੀਤੇ ਜਾ ਰਹੇ ਭੇਦਭਾਵ ਨੂੰ ਬੰਦ ਕਰਨ ਲਈ ਕਿਹਾ।
ਉਹਨਾਂ ਨੇ ਦੋਸ਼ ਲਗਾਇਆ ਕਿ ਵੈਕਸੀਨ ਨੂੰ ਲੈ ਕੇ ਮੋਦੀ ਸਰਕਾਰ ਪੰਜਾਬ ਨਾਲ ਭੇਦਭਾਵ ਕਰ ਰਹੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੇ ਦਿਨ ਕੇਂਦਰ ਨੂੰ ਪੰਜਾਬ ਦੇ ਕੋਟੇ ਦੀ ਵੈਕਸੀਨ ਦੇਣ ਦੀ ਅਪੀਲ ਕੀਤੀ ਸੀ। ਇਸੇ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਕੇਂਦਰ ਤੋਂ ਤਿੱਖੇ ਸਵਾਲ ਕੀਤੇ ਨੇ। ਇਹ ਬਹੁਤ ਹੀ ਮਨਭਾਗੀ ਗੱਲ ਹੈ ਕਿ ਪੰਜਾਬ ਨਾਲ ਵੈਕਸੀਨ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਮਤਰੇਈ ਮਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਵਿਤਕਰਾ ਕੀਤਾ ਜਾ ਰਿਹਾ ਹੈਗਾ। कल माननीय मुख्यमंत्री जी ने एक ट्वीट किया था कैप्टन अमरिंदर सिंह जी ने, जिसमें उन्होंने जो सेहत मंत्री है हर्षवर्धन जी, उनसे ये अनुरोध किया था कि पंजाब का जो कोटा है वैक्सीन का उसे बढ़ाया जाए। आज मैंने एक खत लिखा है हर्षवर्धन जी को, जिसमें मैंने साफ तौर पे ये कहा है कि जो 18 से 44 का एज ग्रुप है उसमें गुजरात में 1,61,000 लोगों को टीके लग चुके हैं और पंजाब में सिर्फ 908 लोगों को टीके लगे हैं 4 मई कल रात तक। और मैंने उनसे पूछा है कि ऐसा भेदभाव क्यों किया जा रहा है। हमने सेहत मंत्री से ये मांग की है कि सारे राज्यों को उचित और बराबर तरीके से टीके का वितरण होना चाहिए, जिससे सभी लोगों को जल्द से जल्द ये टीका लग सके और वो फुली वैक्सीनेट होकर अपना सुचारू रूप से कामकाज कर सके। कोरोना कारण देश की स्थिति गंभीर बनी हुई है, जिस दे चलते पंजाब विच भी बहुत सारियां सख्तियां कीतियां गईयां ने। मिनी लॉकडाउन लगाउण तो बाद भी वध रहे इन्फैक्शन ते काबू नहीं पाया जा रहा। इसे दे चलते पंजाब रोडवेज दीयां बसां हुण जम्मू कश्मीर हरियाणा ते हिमाचल प्रदेश नहीं जाणगियां। पंजाब दीयां बसां हरियाणा सरहद ते ही मुसाफरां नूं उतार देणगियां। कोरोना की गंभीर स्थिति के चलते जिथे पंजाब सरकार ने मिनी लॉकडाउन लगाया है, उत्थे वीकेंड नाइट कर्फ्यू लगाउण तो बाद भी कोरोना के वध रहे इन्फैक्शन नूं कंट्रोल नहीं किया जा रहा। कोरोना महामारी नूं रोकण लई सरकार कोशिशां विच जुटी हुई है। इस दौरान पंजाब रोडवेज ने फैसला लिया है कि पंजाब दीयां बसां हुण जम्मू कश्मीर हरियाणा ते हिमाचल प्रदेश नहीं जाणगियां। पंजाब दीयां बसां हरियाणा सरहद ते ही मुसाफरां नूं उतार देणगियां। शंभू बॉर्डर तो अगे बसां नूं नहीं भेजा जावेगा। यह कदम इसलिए चुकिया गया है कि होर सूबियां तो हुण मुसाफिर बसां राही पंजाब च दाखिल ना हो सकण। दस दे कि मुख मंत्री ने दूजे राज्यां तो आउण वाले मुसाफिरां लई अपनी कोरोना नैगेटिव रिपोर्ट लियाउणा लाजमी रखिया है। बिना रिपोर्ट दे किसी भी राज दे मुसाफिर नूं पंजाब विच एंट्री नहीं मिलेगी। जेकर गल करिए कोरोना मरीजां दे आंकड़िਆਂ दी तां भारत च कोरोना दे मामले 2 करोड़ दा आंकड़ा पार कर गए ने ਅਤੇ सिर्फ 15 दिनां विच महामारी दे 50 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। इस दौरान 3780 होर लोकां दे जान गवाउण नाल मृतकां दी गिणती 2,26,188 ਤੇ ਪਹੁੰਚ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ 80 ਤੋਂ 90% ਲੋਕ ਘਰਾਂ ਦੇ ਅੰਦਰ ਹੀ ਰਹਿਣ। ਲੋਕ ਸਿਰਫ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਘਰਾਂ ਤੋਂ ਬਾਹਰ ਆਉਣ। ਮਿਨੀ ਲਾਕਡਾਊਨ ਦੌਰਾਨ ਪ੍ਰਾਈਵੇਟ ਅਦਾਰਿਆਂ ਨੂੰ ਵਰਕ ਫਰਮ ਹੋਮ ਕਰਨ ਲਈ ਕਿਹਾ ਗਿਆ। ਇਹਨਾਂ ਵਿੱਚ ਕਾਰਪੋਰੇਟ ਦਫ਼ਤਰ, ਵਕੀਲ ਆਦਿ ਸ਼ਾਮਿਲ ਨੇ। ਇਸ ਦੇ ਨਾਲ ਹੀ ਬੈਂਕਾਂ ਦੇ ਵਿੱਚ ਸਿਰਫ ਤੈਅ ਘੰਟਿਆਂ ਵਿੱਚ ਹੀ ਕੰਮ ਹੋਵੇਗਾ। ਇਸ ਤੋਂ ਇਲਾਵਾ ਸੂਬੇ ਵਿੱਚ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਕਾਲ ਦੌਰਾਨ ਆਕਸੀਜਨ ਦਵਾਈਆਂ ਵੈਂਟੀਲੇਟਰ ਬੈੱਡ ਦੀ ਕਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ ਤੇ ਦੂਜੇ ਪਾਸੇ ਅਜਿਹੇ ਵਿੱਚ ਨਵੇਂ ਸੰਸਦ ਭਵਨ ਦਾ ਨਿਰਮਾਣ ਅਤੇ ਪ੍ਰਧਾਨ ਮੰਤਰੀ ਮੋਦੀ ਲਈ ਨਵਾਂ ਆਵਾਸ ਸਥਾਨ ਬਣ ਰਿਹਾ ਹੈ। ਇਸ ਮੁੱਦੇ ਤੇ ਵਿਰੋਧੀ ਧਿਰ ਦੇ ਆਵਾਜ਼ ਚੁੱਕੀ ਹੈ ਅਤੇ ਕਾਂਗਰਸ ਦੀ ਜਨਰਲ ਸੈਕਟਰੀ ਸੋਨੀਆ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਹ ਸਮਾਂ ਪੈਸੇ ਨੂੰ ਅਜਿਹੇ ਕਾਰਜ ਵਿੱਚ ਲਗਾਉਣ ਦਾ ਨਹੀਂ ਬਲਕਿ ਲੋਕਾਂ ਦੀ ਜਾਨ ਬਚਾਉਣ ਵਿੱਚ ਲਗਾਉਣਾ ਚਾਹੀਦਾ ਹੈ। ਇਸੇ ਮੁੱਦੇ ਉੱਪਰ ਦਿੱਲੀ ਤੋਂ ਸਾਡੇ ਪੱਤਰਕਾਰ ਅਜੇ ਝਾ ਦੀ ਇੱਕ ਖਾਸ ਰਿਪੋਰਟ। एक तरफ देश में कोरोना महामारी पीक पर है, हर नए दिन के साथ एक नया कीर्तिमान बन रहा है, लेकिन सेंट्रल विस्टा प्रोजेक्ट जो मोदी सरकार का है, जिसमें नया संसद भवन जो आप मेरे पीछे देख रहे हैं, इस संसद भवन की जगह नए संसद भवन का निर्माण हो रहा है। और बात यहीं तक नहीं है कि नए संसद भवन का निर्माण हो रहा है। अब जो जानकारी सामने आई है उसके मुताबिक इसके साथ साथ प्रधानमंत्री नरेंद्र मोदी के लिए एक नया घर भी बन रहा है। ये 20,000 करोड़ का सेंट्रल विस्टा प्रोजेक्ट है, जिसको कुछ ही दिन पहले मोदी सरकार ने इस संक्रमण के दौर में एसेंशियल सर्विसेज के अंदर डाला है। यानी वो सर्विसेज जो कोरोना महामारी के दौर में सिर्फ
इसलिए लागू किया जाता है ताकि लोगों को जो ज़रूरत की चीज़ें हैं, जो बिल्कुल उनके जीवन जीने के लिए ज़रूरी है, उन चीज़ों को एसेंशियल सर्विसेज में डाला जा रहा है। और इसी के साथ अगर सेंट्रल विस्टा प्रोजेक्ट जिसमें नए संसद भवन का निर्माण होना है वो डाला गया है। और बात यही नहीं है कि सिर्फ नए संसद भवन का निर्माण होगा। मैं अपने कैमरामैन से कहूँगा कि यहाँ से जो इस वक्त हम विजय चौक पे हैं, यहाँ से इंडिया गेट की तरफ अगर आप देखें तो ये पूरा सेंट्रल विस्टा प्रोजेक्ट जो है बन रहा है और इसी में प्रधानमंत्री नरेंद्र मोदी का नया आवास भी बनेगा और उसके लिए एक डेडलाइन भी तय कर दी गई है, यानी अगले साल नवंबर 2022 तक इसको बन के तैयार होना है। और इसका निर्माण आप देखिए कि किस तरह से तेजी से चल रहा है। हजारों की संख्या में मजदूर यहाँ रोज लाए जाते हैं इस संक्रमण के दौर में, जहाँ पे संक्रमण फैलने का खतरा है। और इसमें एक प्रधानमंत्री का निवास स्थान बन रहा है और बहुत सारी बिल्डिंग्स बननी है, जिसमें ये भी कहा जा रहा है कि स्पेशल प्रोटेक्शन ग्रुप जो है एसपीजी, उसका दफ्तर भी इसमें बनेगा। और इसके लिए एक डेडलाइन तय कर दिया गया है, जहां इस वक्त देश में ऑक्सीजन, वेंटिलेटर, हॉस्पिटल में लोगों को बेड नहीं मिल रहा है और ऐसे वक्त में 20,000 करोड़ का ये सेंट्रल विस्टा प्रोजेक्ट लगातार यहाँ पे काम जारी है। लगातार आप देख सकते हैं बड़े बड़े क्रेन लगे हुए हैं, सैकड़ों और हजारों की संख्या में यहाँ पार्लियामेंट से लेके और विजय चौक तक के बीच में मजदूर काम कर रहे हैं और ये दिन रात मजदूर काम कर रहे हैं। सैकड़ों की संख्या में गाड़ियां हैं जो इन्हें दिल्ली और आसपास के इलाकों से लेकर यहाँ आती है और फिर इनको लेके जाया जाता है। एक तरफ संक्रमण का दौर चल रहा है, दूसरी तरफ इसे एसेंशियल सर्विसेज के अंदर डाला गया है। और अब ये भी जानकारी मिली है कि 12 अप्रैल को मोदी सरकार ने इसके लिए जो एनवायरमेंटल क्लियरेंस देना था वो भी दे दिया, यानी पर्यावरण को लेकर जो मंजूरी देनी थी वो भी दे दिया गया है। अब विपक्ष ये सवाल पूछ रहा है प्रधानमंत्री नरेंद्र मोदी से और देश की जनता भी ये पूछ रही है कि ऐसे वक्त में जब देश में त्राहिमाम मचा हुआ है, लोग त्राही त्राही कर रहे हैं कि किसी तरह से उनको ऑक्सीजन मिले, वेंटिलेटर मिले, हॉस्पिटल्स के अंदर बेड नहीं है, विदेशों से मदद मांगी जा रही है, इस दौर में अगर 20,000 करोड़ का ये प्रोजेक्ट बदस्तूर जारी है और प्रधानमंत्री के लिए एक नए घर का निर्माण हो रहा है। वर्तमान में प्रधानमंत्री 7 RCR जो पुराना नाम था लोकमान्य मार्ग जो है उस पे वहाँ पे रह रहे हैं और अब अगर प्रधानमंत्री का घर जो डेडलाइन है वो बन जाता है अगले साल नवंबर तक, तो प्रधानमंत्री का घर यहाँ पे यानी संसद भवन के ठीक नज़दीक प्रधानमंत्री का नया निवास स्थान बनेगा और वहाँ प्रधानमंत्री रहेंगे। लेकिन बड़ा सवाल यही है कि क्या ऐसे वक्त में ये जरूरी था कि इस प्रोजेक्ट को एसेंशियल सर्विसेज में डाल के उसका डेडलाइन नवंबर 2022 तक का दे के उसको तुरंत बनाना। जितने 1000 करोड़ का ये प्रोजेक्ट है उसमें कितने सारे वेंटिलेटर, आईसीयू, ऑक्सीजन बेड, हॉस्पिटल्स, ये तमाम चीज़ें बन सकती थी। यही सवाल विपक्ष का भी है और यही सवाल शायद देश की आवाम भी पूछ रही है कि क्या ऐसे वक्त में इस प्रोजेक्ट का चलना ज़्यादा ज़रूरी था कि लोगों के लिए इन सब सुविधाओं को मुहैया कराना, लाइफ सेविंग ड्रग्स को मुहैया कराना ज़्यादा ज़रूरी था। आज फिर से एक सुल्तान है जिसने करेंसी बंद की, अर्थतंत्र लुढ़क गया। वो एक सुल्तान था उस वक्त में इतिहास में जिसने राजधानी दिल्ली से दौलताबाद की और फिर सोचा ना नहीं ये गलत है, दौलताबाद से फिर दिल्ली लाओ और दौलताबाद से दिल्ली लाए और उस सुल्तान की वजह से आवाम के बहुत लोग मर गए थे। आज फिर ऐसा एक सुल्तान है दिल्ली की गद्दी पे कि जो हमारे देश से वैक्सीन, रेमडेसिवियर, दवाइयां, वेंटिलेटर्स बाहर एक्सपोर्ट कर दिए और ये सुल्तान अब उसी चीज को वापस इंपोर्ट करते हैं कि वापस लाना पड़ेगा, मेरे देशवासी को जरूरत है। क्या मजाक है। मैं अभी भी कहता हूं कि आप दो चीजों में से एक कम से कम आपके पास होनी चाहिए। एक, आपकी खुद की अकल इतनी तेज होनी चाहिए कि आप सही डिसीजन लो, और अगर वो नहीं है तो दूसरे की सुनना चाहिए। यहां दिक्कत यह है कि खुद की ठीक नहीं सोच और दूसरे की सुनना नहीं है। ये कोई सुल्तान की सुल्तानगिरी नहीं चल सकती है। ये देश लोकतंत्र से चलता है और ये दर्द के साथ ही देशवासियों के मरते हुए देखते, उसके रोते हुए उन परिवारों के फोन आते हैं। इस देश के अंदर हम पद्म भूषण पंडित राजन मिश्रा जी को
हमने ट्वीट किया मोदी जी को टैग करते हुए कि ये पद्म भूषण है, हमारा गहना है, आप इसको एक आईसीयू बेड दिलवा दो। मेरे ट्वीट के बाद भी उसको आईसीयू बेड नहीं मिला और वो चल बसे एक पद्म भूषण, और उसके बाद वो मेरे बनारस घराने के ये थे वो थे करके चल जाने के बाद ट्वीट करना, क्या अभी भी तुम्हें पब्लिसिटी दिखती है सुल्तान? थोड़ी आंख खोलो, ऑल पार्टीज की मीटिंग बुलाओ। राहुल गांधी जी ऐसे ही नहीं बोलते हैं, वो दिल और दिमाग लगा के एक्सपर्ट से बात करके सही बात बताते हैं। कम से कम ऐसे ऑपोजिशन में लीडर्स बहुत है, सभी पार्टीज में लोग बैठे हैं, उनको बुलाइए, ऑल पार्टी मीटिंग्स करिए और ये 20,000 करोड़, अरे ओ सुल्तान, उस 20,000 करोड़ को मत खर्च कीजिए अपने बंगलों के लिए, अपने आलीशान महल के लिए, नई सांसद के लिए मत खर्च कीजिए। मैं एक सांसद हूं और आपसे गुजारिश करता हूं, दो हाथ जोड़ के गुजारिश करता हूं कि युद्ध के स्तर पे आपका घर नहीं, इस देश में अस्पताल बने, ऑक्सीजन पैदा हो। आपने तो शायद इसमें भी आपके लोग कभी कभी खुश होते होंगे कि आप उस ऊंचाई पे ले गए हो कि देशवासी को अब ऑक्सीजन नहीं मिलता। ये मजाक छोड़िए, हमें शर्म आती है जब बाहर से जो कुदरत ने दिया है, हवा में से ऑक्सीजन लेना है, उस ऑक्सीजन के लिए भी आप व्यवस्था नहीं कर सकते हो और बाहर से ऑक्सीजन का कंटेनर मंगवाना पड़ता है, तो आप कर क्या रहे थे? इसका जवाब दीजिए। महामारी ਦੇ ਚਲਦਿਆਂ ਸਰਕਾਰ ਦੀ ਕੋਸ਼ਿਸ਼ ਹੈ ਕਿ ਸਭ ਸਹੂਲਤਾਂ ਆਨਲਾਈਨ ਮੁਹੱਈਆ ਕਰਵਾਈਆਂ ਜਾਣ। ਇਸੇ ਦੇ ਚਲਦੇ ਹੀ ਪੰਜਾਬ ਸਰਕਾਰ ਨੇ ਵੀ ਇੱਕ ਨਵਾਂ ਪੋਰਟਲ ਲਾਂਚ ਕੀਤਾ ਹੈ, ਜਿਸ ਦੇ ਜ਼ਰੀਏ ਪ੍ਰਾਪਰਟੀ ਨਾਲ ਜੁੜੇ ਹਰ ਕੰਮ ਨੂੰ ਆਨਲਾਈਨ ਹੀ ਸਿਰੇ ਲਗਾਇਆ ਜਾ ਸਕਦਾ ਹੈ। ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਨੇ ਲੋਕ ਪੱਖੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਭਰ ਦੇ ਨਾਗਰਿਕਾਂ ਨੂੰ ਭਾਰੀ ਲਾਭ ਮਿਲੇਗਾ ਅਤੇ ਇਸ ਜ਼ਰੀਏ ਜਾਇਦਾਦ ਦੇ ਮਾਮਲਿਆਂ ਸੰਬੰਧੀ ਸਾਰੀਆਂ ਸੇਵਾਵਾਂ ਸੁਚਾਰੂ ਅਤੇ ਪਾਰਦਰਸ਼ੀ ਬਣਾਈਆਂ ਜਾਣਗੀਆਂ। ਕੈਬਨਿਟ ਮੀਟਿੰਗ ਦੌਰਾਨ ਪੋਰਟਲ ਦੇ ਉਦਘਾਟਨ ਸਮੇਂ ਇੱਕ ਪ੍ਰਸਤੁਤੀ ਕਰਦਿਆਂ ਪ੍ਰਮੁੱਖ ਸਕੱਤਰ ਹਾਊਸਿੰਗ ਸਰਬਜੀਤ ਸਿੰਘ ਨੇ ਕੈਬਨਿਟ ਨੂੰ ਦੱਸਿਆ ਕਿ ਪੋਰਟਲ ਨੂੰ ਬਿਨਾਂ ਕਿਸੇ ਤਬਦੀਲੀ ਦੇ ਹਰੇਕ ਸੇਵਾ ਵਿੱਚ ਕਾਰੋਬਾਰੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਕਾਰਜਾਂ, ਨਿਯਮਾਂ, ਮਾਸਟਰ ਪਲਾਨਾਂ, ਟੈਂਡਰ, ਨਿਲਾਮੀ ਨੋਟਿਸਾਂ, ਜਾਇਦਾਦ ਮਾਲਕਾਂ ਦੇ ਬਕਾਏ, ਜਾਇਦਾਦ ਦੇ ਵੇਰਵਿਆਂ ਦੀ ਜਾਣਕਾਰੀ ਸਭ ਇੱਕੋ ਵੈਬਸਾਈਟ ਦੁਆਰਾ ਉਪਲਬਧ ਹੋਣਗੇ। ਇਹ ਅਨੋਖਾ ਪੋਰਟਲ ਸਮੇਂਬੱਧ ਤਰੀਕੇ ਨਾਲ ਅਰਜ਼ੀ ਤੋਂ ਅੰਤਮ ਆਊਟਪੁੱਟ ਤੱਕ ਪੂਰੀ ਤਰ੍ਹਾਂ ਕਾਗਜ਼ ਰਹਿਤ ਕੰਮਕਾਜ ਨੂੰ ਯਕੀਨੀ ਬਣਾਏਗਾ। ਇੱਕ ਆਮ ਨਾਗਰਿਕ ਨੂੰ ਸਮਝ ਆਉਣ ਵਾਲੇ ਅਤੇ ਇਸ ਨੂੰ ਭਰਨ ਦੇ ਯੋਗ ਬਣਾਉਣ ਲਈ ਇਨਪੁੱਟ ਫਾਰਮ ਸਾਵਧਾਨੀ ਨਾਲ ਇੱਕ ਸਧਾਰਨ ਫਾਰਮੈਟ ਵਿੱਚ ਤਿਆਰ ਕੀਤੇ ਗਏ ਨੇ। ਮੁੱਖ ਪ੍ਰਸ਼ਾਸਕ ਡਿਜੀਟਲ ਦਸਤਕਾਂ ਅਧੀਨ ਡੇਟਾ 256 ਬਿਟ ਇਨਕ੍ਰਿਪਟਡ ਹੈ ਅਤੇ ਇਸ ਵਿੱਚ ਛੇੜਛਾੜ ਨਹੀਂ ਕੀਤੀ ਜਾ ਸਕਦੀ। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।